ਹਾਂਜੀ, ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ। ਪੰਜਾਬੀ ਤੱਕ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖਣ ਲਈ। ਅਸੀਂ ਜਿਵੇਂ ਆਪਣੀ ਵੱਖ-ਵੱਖ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਿੰਦੇ ਹਾਂ, ਪਰ ਅੱਜ ਫੇਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਬਕਾ ਡੀਨ ਅਕਾਦਮਿਕ ਮਾਮਲੇ ਤੇ ਹੋਰ ਵੱਖ-ਵੱਖ ਉੱਚ ਅਹੁਦਿਆਂ ਤੇ ਰਹਿਣ ਵਾਲੇ ਪ੍ਰੋਫੈਸਰ ਤੇ ਰਾਜਨੀਤੀ ਨੂੰ ਬੜੀ ਬਰੀਕੀ ਨਾਲ ਸਮਝਣ ਲਈ ਤੇ ਪੰਜਾਬ ਦੇ ਮੁੱਦਿਆਂ ਨੂੰ ਬੜੀ ਬਰੀਕ ਅੱਖ ਨਾਲ ਸਮਝਦੇ ਨੇ। ਤੇ ਪਿਛਲੇ ਐਪੀਸੋਡ ਦੇ ਵਿੱਚ ਵੀ ਜਿਵੇਂ ਇਹਨਾਂ ਨੇ ਸਾਨੂੰ ਸਮਝਾਇਆ ਤੇ ਦਰਸ਼ਕਾਂ ਦੀ ਮੰਗ ਸੀਗੀ ਕਿ ਦੁਬਾਰਾ ਪ੍ਰੋਫੈਸਰ ਸਾਹਿਬ ਨੂੰ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੈ ਕੇ ਆਇਆ ਜਾਵੇ, ਤਾਂ ਪ੍ਰੋਫੈਸਰ ਸਾਹਿਬ ਨੇ ਸਾਡੀ ਬੇਨਤੀ ਕਬੂਲ ਕਰਦੇ ਅੱਜ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ। ਇਸ ਲਈ ਅਸੀਂ ਅੱਜ ਫੇਰ ਪ੍ਰੋਫੈਸਰ ਸਾਹਿਬ ਦਾ ਚੈਨਲ ਤੇ ਜੀ ਆਇਆਂ ਕਰਦੇ ਹਾਂ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ, ਧੰਨਵਾਦ, ਸ਼ੁਕਰੀਆ। ਹਾਂਜੀ, ਆਪਾਂ ਜਿਵੇਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ, ਜੇ ਆਪਾਂ ਪਿਛਲੇ 2 ਦਹਾਕਿਆਂ ਤੋਂ ਲਾ ਲਈਏ, ਉਦੋਂ ਪਹਿਲਾਂ ਪੰਜਾਬ ਦੇ ਵਿੱਚ ਕਦੇ ਚਿੱਟੇ ਨਾਮ ਦਾ ਨਸ਼ਾ ਨਹੀਂ ਸੀ ਸੁਣਿਆ ਆਪਾਂ। ਭੁੱਕੀ ਤੇ ਫੀਮ ਇਸ ਤਰ੍ਹਾਂ ਦੇ ਨਸ਼ੇ ਤਾਂ ਸਾਡੇ ਬਜ਼ੁਰਗ ਵੀ, ਮਤਲਬ ਕਿ ਸਾਡੇ ਪਿੰਡਾਂ ਦੇ ਵਿੱਚ ਜਿਵੇਂ ਸੱਥਾਂ ਲੱਗਦੀਆਂ ਨੇ, ਸੱਥਾਂ ਦੇ ਵਿੱਚ ਬਹਿ ਕੇ ਕੋਈ ਨਾ ਕੋਈ ਅਮਲੀ ਜਿਵੇਂ ਹੁੰਦਾ ਸੀਗਾ ਉੱਥੇ, ਤਾਂ ਅਮਲੀ ਨੂੰ ਮਤਲਬ ਕਿ ਛੇੜਿਆ ਜਾਂਦਾ ਸੀਗਾ ਕਿ ਇਹ ਅਮਲੀ ਹੈ, ਇਹ ਕਿਸੇ ਕੰਮ ਜੋਗਾ ਨਹੀਂ, ਪਰ ਇੱਕ ਛੇੜ ਸੀਗੀ। ਤੇ ਹੁਣ ਪੰਜਾਬ ਦੇ ਵਿੱਚ ਚਿੱਟਾ ਜਿਹੜਾ ਹੈ, ਇਹ ਨਸ਼ਾ ਘਰ ਘਰ ਦੇ ਵਿੱਚ ਪਹੁੰਚਦਾ ਜਾ ਰਿਹਾ ਹੈ। ਇਹਦੇ ਉੱਤੇ ਤੁਸੀਂ ਆਪਣੀ ਕਿਸ ਤਰ੍ਹਾਂ ਦਾ ਵਿਚਾਰ ਰੱਖਦੇ ਹੋ? ਚਿੱਟਾ ਪੰਜਾਬ ਦੇ ਵਿੱਚ ਆਉਣ ਦਾ ਕਾਰਨ ਕੀ ਹੈ, ਜਾਂ ਹੋਰ ਜਿਹੜੇ ਮੈਡੀਕਲ ਨਸ਼ੇ ਨੇ ਇਹਨਾਂ ਦਾ ਪੰਜਾਬ ਦੇ ਵਿੱਚ ਆਉਣ ਦੇ ਕਾਰਨ ਕੀ ਨੇ ਜੀ? ਸ਼ੁਕਰੀਆ, ਧੰਨਵਾਦ। ਤੁਹਾਡਾ ਜਿਹੜਾ ਸਵਾਲ ਹੈ ਬਹੁਤ ਹੀ ਜ਼ਿਆਦਾ ਇਸ ਮੌਕੇ ਵਾਸਤੇ ਰੈਲੇਵੈਂਟ ਹੈ, ਕਿਉਂਕਿ ਜਿਹੜੀ ਆਉਣ ਵਾਲੀ ਸਿਆਸਤ ਹੈ, ਜਿੰਨਾ ਚਿਰ ਉਹ ਇਸ ਦਿਸ਼ਾ ਨੂੰ, ਇਸ ਗੱਲ ਨੂੰ, ਇਸ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰੂਗੀ, ਤਾਂ ਉਹ ਪੰਜਾਬ ਦਾ ਤਾਂ ਹੋਣਾ ਹੀ ਹੋਣਾ ਘਾਣ, ਪੰਜਾਬ ਦੀ ਜਵਾਨੀ ਦਾ ਘਾਣ, ਪੰਜਾਬ ਦੇ ਆਰਥਿਕ ਤੌਰ ਤੇ ਬਿਲਕੁਲ ਖਤਮ ਹੋਣ ਦਾ ਜਿਹੜਾ ਗੱਲ ਆ ਜਾਣੀ ਹੈ। ਤੇ ਮਾਂ-ਬਾਪ ਨੂੰ ਇੱਕ ਡਰ ਦਿਨੋਂ ਦਿਨ ਜਿਹੜਾ ਵਧਿਆ ਤੁਰਿਆ ਜਾਂਦਾ। ਉਹ ਕਈ ਪੱਖ ਨੇ ਉਸ ਗੱਲ ਦੇ। ਇੱਕ ਇਹ ਵੀ ਪੱਖ ਹੈ ਵੀ ਸਾਡੇ ਬੱਚੇ ਨੂੰ ਜਿੰਨੀ ਛੇਤੀ ਇਸ ਮਾਹੌਲ ਚੋਂ ਕੱਢਿਆ ਜਾਵੇ, ਪਿੰਡੋਂ ਕੱਢਿਆ ਜਾਵੇ, ਸ਼ਹਿਰੋਂ ਕੱਢਿਆ ਜਾਵੇ ਤੇ ਇਹਨੂੰ ਵਿਦੇਸ਼ ਪੜ੍ਹਨ ਵਾਸਤੇ ਭੇਜਿਆ ਜਾਵੇ, ਉਹ ਕਿਸੇ ਵੀ ਕੀਮਤ ਤੇ ਭੇਜ ਸਕਣ। 2017 ਦੀ ਇਲੈਕਸ਼ਨ ਦੇ ਵਿੱਚ ਜਿਹੜਾ ਸਭ ਨਾਲੋਂ ਵੱਡਾ ਇੱਕ ਮੁੱਦਾ ਉੱਭਰ ਕੇ ਆਇਆ, ਉਹ ਨਸ਼ਿਆਂ ਦਾ ਮੁੱਦਾ ਸੀ। ਗੁਟਕਿਆਂ ਦੀਆਂ ਸੌਹਾਂ ਖਾਧੀਆਂ ਗਈਆਂ, ਬੜੇ ਵੱਡੇ ਵੱਡੇ ਵਾਅਦੇ ਇਕਰਾਰ ਕੀਤੇ ਗਏ, ਤੇ ਜਿਹੜੀ ਉਦੋਂ ਪਹਿਲਾਂ ਇੱਕ ਰੂਲਿੰਗ ਪਾਰਟੀ ਸੀ, ਉਹ ਸਿਰਫ ਇਸ ਗੱਲ ਨੂੰ ਇਹ ਕਹਿ ਰਹੀ ਸੀ ਵੀ ਇਹ ਤਾਂ ਜੀ ਇੱਕ ਪੋਲੀਟੀਕਲ ਗੱਲ ਹੈ, ਅਦਰਵਾਈਜ਼ ਕੋਈ ਗੱਲ ਹੈ ਨਹੀਂ, ਐਗਜ਼ਿਸਟ ਨਹੀਂ ਕਰਦੀ, ਇਹ ਤਾਂ ਇੱਕ ਡਰਾਮਾ ਰਚਿਆ ਜਾ ਰਿਹਾ ਹੈ, ਖੇਡ ਰਚਿਆ ਜਾ ਰਿਹਾ ਹੈ। ਔਰ ਉਹੀ ਪੋਲੀਟੀਕਲ ਪਾਰਟੀ ਅੱਜ ਇੱਕ ਇਹ ਗੱਲ ਕਹਿੰਦੀ ਹੈ ਵੀ ਇਹ ਸਭ ਨਾਲੋਂ ਵੱਡਾ ਮੁੱਦਾ ਹੈ। ਮਤਲਬ ਕਿ ਉਹ 4.5 ਸਾਲਾਂ ਵਾਸਤੇ ਜਿਹੜਾ ਮੁੱਦਾ ਨਹੀਂ ਸੀ, ਉਹ ਅੱਜ ਇੱਕ ਮੁੱਦਾ ਬਣ ਗਿਆ। ਸੋ ਕਹਿਣ ਤੋਂ ਮੇਰਾ ਜਿਹੜਾ ਮਕਸਦ ਆ ਉਹ ਇਹ ਹੈ ਵੀ ਜੇ ਇਸ ਗੱਲ ਤੇ ਕੰਟਰੋਲ ਨਹੀਂ ਕੀਤਾ ਗਿਆ, ਪਹਿਲੀ ਗੱਲ ਤਾਂ ਕੰਟਰੋਲ ਤੋਂ ਬਾਹਰ ਤਾਂ ਆਲਰੇਡੀ ਖੇਡ ਜਾ ਚੁੱਕੀ ਹੈ। ਜੇ ਤੁਸੀਂ ਕਹੋ ਇਮੀਡੀਏਟ ਵੈਰੀ ਕੁਇਕ ਐਕਸ਼ਨ ਹੋਣਾ ਚਾਹੀਦਾ। ਦੇਖੋ ਕਿੰਨੀ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਤਿਆਰ ਹੋਈਆਂ, ਮਿਸਟਰ ਚਟੋਪਾਧਿਆ ਵਾਲੀ, ਸਰਦਾਰ ਨਿਰੰਜਨ ਸਿੰਘ ਵਾਲੀ, ਜਾਂ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਵਾਲੀ, ਕੀ ਕੁਝ ਨਹੀਂ ਹੋਇਆ। ਉਹ ਹਾਈ ਕੋਰਟ ਦੇ ਵਿੱਚ ਉਹ ਰਿਪੋਰਟਾਂ ਪੈਂਡਿੰਗ ਪਈਆਂ ਨੇ ਤੇ ਉਹਨਾਂ ਉੱਤੇ ਕਿਸੇ ਉੱਤੇ ਸਟੇ ਨਹੀਂ ਹੈ। ਜਿਹੜੀ ਗੱਲ ਸਮਝਣ ਦੀ ਲੋੜ ਹੈ, ਕਿਸੇ ਕੋਰਟ ਨੇ ਕੋਈ ਸਟੇ ਨਹੀਂ ਦਿੱਤਾ ਹੈ। ਉਹ ਰਿਪੋਰਟਾਂ ਕਦੋਂ ਵੀ ਖੋਲੀਆਂ ਜਾ ਸਕਦੀਆਂ ਨੇ ਤੇ ਖੋਲ ਕੇ ਉਹਨਾਂ ਨੂੰ ਪਬਲਿਕਲੀ ਪੁੱਟ ਕੀਤਾ ਜਾ ਸਕਦਾ ਹੈ ਵੀ ਆਹ ਭਾਈ ਮੁੱਦਾ ਹੈ, ਆਹ ਇਹਦੇ ਵਿੱਚ ਫਾਈਂਡਿੰਗਸ ਨੇ, ਇਹ ਫਾਈਂਡਿੰਗਸ ਦੇ ਵਿੱਚ ਬਣਨਾ ਕੀ ਹੈ। ਔਰ ਜਦੋਂ ਕਿ ਜੇ ਉਸ ਗੱਲ ਤੇ ਕੋਈ ਐਕਸ਼ਨ ਹੀ ਨਹੀਂ ਕਰਨਾ
ਤਾਂ ਉਹਦਾ ਕੋਈ ਹੱਲ ਨਹੀਂ ਹੋ ਸਕਦਾ, ਕਿਉਂਕਿ ਇਮੀਡੀਏਟ ਐਕਸ਼ਨ। ਦੇਖੋ, ਇੱਕ ਰਿਪੋਰਟ ਇਹਨਾਂ ਵਿੱਚੋਂ ਇੱਕ ਇੰਨੀ ਇੰਟਰਸਟਿੰਗ ਰਿਪੋਰਟ ਸੀਗੀ ਵੀ ਉਹ ਪੁਲਿਸ ਆਫੀਸਰਸ ਦੀ ਕਿਵੇਂ ਕਿਵੇਂ ਕਿੱਥੇ ਕਿੱਥੇ ਕੀ ਕੀ ਇਨਵੋਲਵਮੈਂਟ ਸੀ, ਉਹ ਰਿਪੋਰਟ ਵੀ ਪੂਰੀ ਤਿਆਰ ਹੈ। ਉਹ ਰਿਪੋਰਟ ਕੋਈ ਖੋਲ ਹੀ ਨਹੀਂ ਰਿਹਾ, ਕਿਉਂਕਿ ਜਿੰਨਾ ਚਿਰ ਇਹ ਆਪਾਂ ਨੂੰ, ਦੇਖੋ ਇਹ ਤਾਂ ਮੈਂ ਕਿਸੇ ਵੀ ਕੀਮਤ ਤੇ ਕਿਸੇ ਵੀ ਮੌਕੇ ਇਸ ਗੱਲ ਨੂੰ ਮੈਂ ਮੰਨ ਹੀ ਨਹੀਂ ਸਕਦਾ ਬਈ ਵਿਦਆਊਟ ਪੋਲੀਟੀਕਲ ਇਨਵੋਲਵਮੈਂਟ ਇਹ ਕੰਮ ਇੱਕ ਕੈਰੀ ਆਊਟ ਹੋ ਸਕਦਾ। ਜਿੰਨਾ ਚਿਰ ਛਹਿ ਨਹੀਂ ਹੋ, ਕਿਸੇ ਦੀ ਛਹਿ ਨਹੀਂ ਹੋ, ਤੁਹਾਡੇ ਸਿਰ ਤੇ ਕਿਸੇ ਦਾ ਹੱਥ ਨਹੀਂ ਹੋਊਗਾ, ਉਹਨਾਂ ਚਿਰ ਤੁਸੀਂ ਇਸ ਗੱਲ ਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਹੋ ਜਾਣਾ। ਸੋ ਉਹ ਪਹਿਲਾਂ ਆਇਡੈਂਟੀਫਾਈ ਕਰੋ ਵੀ ਉਹ ਕਿਵੇਂ ਹੋ ਰਿਹਾ। ਇੱਕ ਇਕੱਲੇ ਚਿੱਟੇ ਦਾ ਮਸਲਾ ਨਹੀਂ ਹੈ, ਬਲਕਿ ਜੇ ਦੇਖਿਆ ਜਾਵੇ, ਜਦੋਂ ਕਿ ਆਪਾਂ ਇੱਕ ਆਰਥਿਕਤਾ ਦੀ ਪੰਜਾਬ ਦੀ ਗੱਲ ਕਰਦੇ ਆਂ, ਆਰਥਿਕਤਾ ਦਾ ਜਿਹੜਾ ਸਭ ਤੋਂ ਵੱਡਾ ਰੈਵਨਿਊ ਦਾ ਸੋਰਸ ਹੈ, ਉਹ ਆਮਦਨ ਦਾ ਸਾਧਨ ਹੈ, ਉਹ ਲਿਕਰ ਟ੍ਰੇਡ ਹੈ। ਸੇਮ ਸਾਈਜ਼ ਦੀ ਕੇਰਲਾ ਸਟੇਟ ਹੈ, ਸੇਮ ਸਾਈਜ਼ ਦੀ ਉੱਥੇ ਲਿਕਰ ਸੈੱਲ ਹੁੰਦੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਈ ਵਾਰੀ ਇਹ ਗੱਲ ਹਾਈਲਾਈਟ ਕੀਤੀ ਹੈ ਵੀ ਉਹਨਾਂ ਦਾ ਰੈਵਨਿਊ 6 ਟਾਈਮਸ ਸਾਡੇ ਨਾਲੋਂ ਕੇਰਲਾ ਸਟੇਟ ਦਾ ਰੈਵਨਿਊ ਜ਼ਿਆਦਾ ਹੈ ਵਿਦ ਦਾ ਸੇਮ ਸੇਲ, ਤੇ ਉਹ ਪੰਜਾਬ ਨਾਲੋਂ ਵੀ ਘੱਟ ਕੀਮਤ ਤੇ ਸ਼ਰਾਬ ਉੱਥੇ ਵਿਕਦੀ ਹੈ। ਸਾਡੇ ਜਿਹੜਾ ਉਹ ਬਾਹਰੋਂ ਨਜਾਇਜ਼ ਆਉਣਾ, ਮਤਲਬ ਕਿ ਸਿੰਥੈਟਿਕ ਡਰੱਗਸ ਆਉਣੀਆਂ ਜਾਂ ਇਹ ਚਿੱਟੇ ਆਉਣੇ, ਉਹ ਸਭ ਦੀ ਮਤਲਬ ਕਿ ਜਿਹੜਾ ਪਿੰਡ ਨੂੰ ਬਿਲੋਂਗ ਕਰਦਾ ਉਹਨੂੰ ਪਤਾ ਵੀ ਟੈਲੀਫੋਨ ਤੇ ਖੇਤ ਬੈਠੇ ਬੈਠੇ ਕੀ ਕੁਝ ਮੰਗਾਇਆ ਜਾ ਸਕਦਾ ਹੈ। ਜਦੋਂ ਸਾਰੇ ਪਿੰਡ ਕੋਲੇ ਟੈਲੀਫੋਨ ਨੰਬਰ ਹੈਗੇ ਆ, ਸਾਰੇ ਪਿੰਡ ਨੂੰ ਪਤਾ ਵੀ ਇਹ ਨੰਬਰ ਡਾਇਲ ਕਰੋ, ਨੋਟ ਮਤਲਬ ਕਿ ਸਿਰਫ ਕੱਲਾ ਨਸ਼ਾ ਨਹੀਂ, ਜੇ ਤੁਸੀਂ ਸ਼ਰਾਬ ਦੇ ਨਾਲ, ਬੀਅਰ ਦੇ ਨਾਲ ਤੁਸੀਂ ਸਨੈਕਸ ਵੀ ਮੰਗਾਉਣੇ ਆ, ਉਹ ਵੀ ਤੁਹਾਨੂੰ ਖੇਤ ਬੈਠਿਆਂ ਨੂੰ ਡਿਲੀਵਰ ਹੋ ਜਾਣੇ ਆ। ਇੱਕ ਨਹੀਂ, ਪਿੰਡ 'ਚ 7-7 8-8 ਨੰਬਰ ਹੈ, ਉਹ ਨੰਬਰ ਉਹ ਤੁਹਾਨੂੰ ਡਿਲੀਵਰ ਕਰਦੇ ਆ ਆਟੋਮੈਟਿਕਲੀ। ਉਹ ਹੈ ਤਾਂ ਨਜਾਇਜ਼ ਧੰਦਾ ਨਾ, ਉਹ ਆਟੋਮੈਟਿਕਲੀ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਹੈ ਨਾ, ਉਹਦੀ ਆਰਥਿਕਤਾ ਦੇ ਵਿੱਚ ਉਹਨੂੰ ਮਾਰਨ ਵਾਸਤੇ ਹੀ ਕੀਤਾ ਜਾ ਰਿਹਾ ਨਾ। ਤੇ ਜਦੋਂ ਸਾਰੇ ਪਿੰਡ ਨੂੰ ਪਤਾ ਹੈ, ਸਾਡੀ ਐਡਮਿਨਿਸਟ੍ਰੇਸ਼ਨ ਨੂੰ, ਸਾਡੀ ਫੋਰਸਿਸ ਨੂੰ ਉਹ ਗੱਲ ਕਿਉਂ ਨਹੀਂ ਪਤਾ ਵੀ ਕੌਣ ਕਿੱਥੇ ਕੀ ਕਰ ਰਿਹਾ। ਦੇਖੋ, ਇਹ ਤਾਂ ਦੇਖਦੇ ਹੋਏ ਮੈਂ ਤੁਹਾਨੂੰ ਥੋੜਾ ਜਿਹਾ ਟੋਕਣਾ ਚਾਹੁੰਦਾ, ਮਾਫੀ ਚਾਹੁੰਦਾ ਉਹਦੇ ਲਈ। ਪਿਛਲੇ 2 ਮਹੀਨੇ ਪਹਿਲਾਂ ਨਾ ਮੇਰਾ ਕਿਸੇ ਦੋਸਤ ਕੋਈ ਕਿਸੇ ਜੇਲ੍ਹ ਦੇ ਵਿੱਚ ਡਿਪਟੀ ਸੁਪਰਡੈਂਟ ਹੈ, ਤਾਂ ਮੈਂ ਉੱਥੇ ਜੇਲ੍ਹ ਦੇ ਵਿੱਚ ਮੇਰਾ ਜਾਣਾ ਬਣ ਗਿਆ ਵੈਸੇ ਮਿਲਣ ਉਹਨੂੰ। ਤਾਂ ਉੱਥੇ ਮੈਂ ਜਦੋਂ ਜੇਲ੍ਹ ਦੇ ਵਿੱਚ ਉਹਦੇ ਨਾਲ ਗੱਲਬਾਤ ਕਰ ਰਿਹਾ ਸੀਗਾ, ਤੇ ਉਹ ਜੇਲ੍ਹ ਤੋਂ, ਚਲੋ ਆਪਾਂ ਨਾਂ ਨਸ਼ਰ ਨਹੀਂ ਕਰਦੇ, ਤੇ ਉਹ ਜੇਲ੍ਹ ਦੇ ਵਿੱਚ ਮਤਲਬ ਕਿ ਜੇ 100 ਕੈਦੀ ਸੀ, 100 ਦੇ ਵਿੱਚੋਂ 70 ਬੰਦੇ ਪੰਜਾਬ ਪੁਲਿਸ ਦੇ ਸੀ, ਜਿਹੜੇ ਵੱਖ-ਵੱਖ ਕੇਸਾਂ ਦੇ ਵਿੱਚ ਉੱਥੇ ਫੜੇ ਹੋਏ ਸੀ। ਤੇ ਪੰਜਾਬ ਪੁਲਿਸ ਫਿਰ ਕਿਉਂ ਨਹੀਂ ਹਲੇ ਵੀ ਸੁਧਰਦੀ? ਮਤਲਬ ਕਿ ਜਦੋਂ ਇਹਨਾਂ ਤੇ ਕਾਰਵਾਈਆਂ, ਕਈ ਨਸ਼ੇ ਨਾਲ ਸੰਬੰਧਿਤ ਸੀਗੇ, ਕਈ ਉੱਥੇ ਝੂਠੇ ਮਤਲਬ ਕਿ ਮੁਕਾਬਲਿਆਂ 'ਚ ਮਾਰੇ ਗਏ ਸਿੱਖਾਂ ਨਾਲ ਸੰਬੰਧਿਤ ਸੀਗੇ, ਬਹੁਤ ਸਾਰੇ ਪੰਜਾਬ ਪੁਲਿਸ ਦੇ ਉੱਤੇ 70%, ਮੈਂ ਕਹਿ ਰਿਹਾ ਤੁਹਾਨੂੰ ਇਹ ਟੀਵੀ ਦੇ ਉੱਤੇ, 70% ਬੰਦੇ ਉੱਥੇ ਪੰਜਾਬ ਪੁਲਿਸ ਦੇ ਸੀਗੇ, ਤੇ ਉਹਦੇ ਵਿੱਚ ਇੱਕ ਵੀ ਪੋਲੀਟੀਸ਼ੀਅਨ ਨਹੀਂ ਸੀਗਾ। ਜਦ ਪੰਜਾਬ ਪੁਲਿਸ ਨੂੰ ਪਤਾ ਹੈ ਕਿ ਜਦੋਂ ਅਸੀਂ ਰਗੜੇ ਜਾਵਾਂਗੇ, ਅਸੀਂ ਨੌਕਰੀ ਦੇ ਉੱਤੇ ਆ, ਤਾਂ ਕਿਸੇ ਪੋਲੀਟੀਸ਼ੀਅਨ ਨੇ ਸਾਡੀ ਬਾਹ ਨਹੀਂ ਫੜਨੀ। ਅਸੀਂ ਜੀ ਹਜ਼ੂਰੀ ਕਰਨ ਲਈ 2 ਮਿੰਟ, ਪਤਾ ਨਹੀਂ ਉਹਨੇ ਐਮਐਲਏ 10 ਮਿੰਟ ਰਹਿਣਾ ਕਿ ਨਹੀਂ, ਜਿਵੇਂ ਮੁੱਖ ਮੰਤਰੀ ਦਾ ਪਤਾ ਨਹੀਂ ਸੀਗਾ ਇੱਕ ਰਾਤ ਪਹਿਲਾਂ ਕਿ ਮੁੱਖ ਮੰਤਰੀ ਰਹਿਣਾ ਕਿ ਨਹੀਂ ਕੱਲ ਨੂੰ, ਤੇ ਉਸੇ ਤਰ੍ਹਾਂ ਮਤਲਬ ਕਿ ਜੀ ਹਜ਼ੂਰੀ ਕਰਕੇ ਅਸੀਂ ਆਪਣੀ ਨੌਕਰੀ ਅਸੀਂ ਇਮਾਨਦਾਰੀ ਨਾਲ ਨਾ ਕਰਕੇ, ਤੇ ਨਸ਼ਿਆਂ ਦੇ ਸੁਦਾਗਰਾਂ ਨੂੰ ਪੁਸ਼ਤਪਨਾਹੀ ਕਰਕੇ ਪੰਜਾਬ ਨੂੰ ਬਰਬਾਦ ਕਰ ਰਿਹਾ ਜੀ। ਅੱਗੇ ਤੁਹਾਡੀ ਗੱਲ ਕੰਟੀਨਿਊ ਕਰਨਾ ਚਾਹੁੰਦਾ। ਹਾਂਜੀ, ਦੇਖੋ, ਇਹ ਤੁਹਾਡੀ ਗੱਲ ਨੂੰ ਮੈਂ ਪੂਰਾ ਸਪੋਰਟ ਕਰਦਾ। 4 ਬਹੁਤ ਅਹਿਮ ਇਨਕੁਆਇਰੀਜ਼ ਹੋ ਚੁੱਕੀਆਂ ਨੇ, ਰਿਪੋਰਟਾਂ ਤਿਆਰ ਪਈਆਂ ਨੇ। ਮੈਨੂੰ ਇਹ ਨਹੀਂ ਸਮਝ ਆਉਂਦਾ ਉਹ ਰਿਪੋਰਟਾਂ ਖੋਲੀਆਂ ਕਿਉਂ ਨਹੀਂ ਜਾ ਰਹੀਆਂ। ਉਹ ਰਿਪੋਰਟਾਂ ਖੋਲ ਕੇ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਉਹਦੇ ਰਿਜ਼ਲਟ ਲਿਆਂਦੇ ਜਾ ਰਹੇ। ਜਿੰਨਾ ਚਿਰ ਇਸ ਗੱਲ ਨੂੰ ਅਸੀਂ ਲੁਕਾਉਣਾ ਹੈ ਜਾਂ ਛੁਪਾਉਣਾ ਹੈ, ਫੇਰ ਤਾਂ ਕੋਈ ਗੱਲ ਨਹੀਂ ਬਣ ਸਕਦੀ। ਜਿਹੜਾ ਅੱਗੇ ਜੇ ਤੁਹਾਨੂੰ ਧਿਆਨ ਹੋਵੇ,
ਪਿੰਡੋ ਪਿੰਡੀ ਕੱਲੇ ਕੱਲੇ ਠੇਕੇ ਦੀ ਬੋਲੀ ਹੁੰਦੀ ਸੀ। ਜੀ ਹੁਣ ਮਤਲਬ ਕਿ ਇੱਕ ਕਾਰਟਲ ਫਾਰਮ ਹੋਏ ਨੇ, ਐਡੇ ਐਡੇ ਵੱਡੇ ਗਰੁੱਪ ਬਣ ਗਏ ਨੇ। ਇੱਕ ਸਟੇਜ ਤਾਂ ਪੰਜਾਬ 'ਚ ਇਹੀ ਜੀ ਸੀ ਜਦੋਂ ਕਿ ਆਲਮੋਸਟ 75% ਆਫ ਪੰਜਾਬ ਇੱਕ ਪਾਰਟੀ ਕੋਲੇ ਸੀ ਲਿਕਰ ਦਾ। ਜਦੋਂ ਇਸ ਤਰ੍ਹਾਂ ਜੀ ਹੋਊਗਾ ਜੀ ਉਹਦੇ ਨਾਲ ਰੈਵਨਿਊ ਲਾਸ ਕਿੰਨਾ, ਉਹਦੇ ਨਾਲ ਜਿਹੜੀ ਪੋਲੀਟੀਕਲ ਇਨਵੋਲਵਮੈਂਟ ਜਿਹੜੀ ਆ ਉਸ ਕਾਰੋਬਾਰ ਦੇ ਵਿੱਚ, ਉਸ ਬਿਜ਼ਨਸ ਦੇ ਵਿੱਚ ਇੰਨੀ ਡੂੰਘੀ ਸੀ ਕਿ ਉਹ ਸਾਰਾ ਹੀ ਪੋਲੀਟੀਕਲ ਕੰਟਰੋਲ ਸੀ ਉਹਦੇ ਉੱਤੇ। ਜਦੋਂ ਇਸ ਤਰ੍ਹਾਂ ਮਤਲਬ ਕਿ ਬਾੜੀ ਖੇਤ ਨੂੰ ਖਾਣ ਲੱਗ ਜੂ ਤਾਂ ਖੇਤ ਨਹੀਂ ਬਚ ਸਕਦੇ, ਮਤਲਬ ਕਿ ਇਹ ਖੇਤ ਬਚਾਉਣੇ ਪੈਣੇ ਹੈ। ਸੋ ਇਹ ਜਿਹੜੀਆਂ ਗੱਲਾਂ ਨੇ, ਜਿੰਨਾ ਚਿਰ ਇਸ ਨਸ਼ੇ ਦਾ, ਹੁਣ ਤੁਸੀਂ ਇਹ ਗੱਲ ਦੇਖੋ, ਕੱਲਾ ਉਰੇ ਨਹੀਂ, ਜਿਹੜੇ ਬੱਚੇ ਇੱਥੋਂ ਖਰਾਬ ਹੋਏ ਗਏ ਨੇ, ਕਿਹੜੀਆਂ ਮਿਹਨਤਾਂ, ਕਿਹੜੀਆਂ ਕੀ ਕੀਮਤਾਂ ਦੇ ਕੇ ਉਹ ਬੱਚੇ ਵਿਦੇਸ਼ਾਂ 'ਚ ਭੇਜੇ ਗਏ, ਕਿਵੇਂ ਆਪਾਂ ਨੂੰ ਸਾਰੇ ਜਾਣੂ ਆ ਕੀ ਕੁਝ ਘਰਾਂ ਦਾ ਵਿਕਦਾ ਹੈ, ਕੀ ਕੁਝ ਉਹਦੇ ਤੇ ਲੱਗਦਾ ਹੈ। ਪਹਿਲਾਂ ਬਾਹਰ ਜਾਣ ਦੀ ਤਿਆਰੀ ਤੇ ਹੀ ਕੀ ਕੁਝ ਲੱਗ ਜਾਂਦਾ, ਜ਼ਮੀਨਾਂ ਵਿਕੀਆਂ, ਗਹਿਣੇ ਸੋਨੇ ਗਿਰਵੀ ਰੱਖੇ ਗਏ, ਮਤਲਬ ਕਿ ਪਲਾਟ ਵੇਚੇ ਗਏ, ਕੋਠੀਆਂ ਵੇਚੀਆਂ ਗਈਆਂ, ਫਿਰ ਉਹ ਬੱਚੇ ਨੂੰ ਕਿਵੇਂ ਨਾ ਕਿਵੇਂ ਉੱਥੇ ਪਹੁੰਚਾਇਆ। ਮਤਲਬ ਕਿ ਜਹਾਜ਼ਾਂ ਦੇ ਜਹਾਜ਼ ਭਰ ਕੇ ਲਾਸ਼ਾਂ ਦੇ ਵਾਪਸ ਆ ਰਹੇ ਨੇ। ਠੀਕ ਹੈ, ਤੇ ਉਹ ਤੁਸੀਂ ਦੇਖੋ, ਪੁੱਤ ਵੀ ਗਿਆ, ਪ੍ਰਾਪਰਟੀ ਵੀ ਗਈ, ਆਰਥਿਕਤਾ ਵੀ ਗਈ। ਜਦੋਂ ਮੈਂਟਲ ਇਹ ਸਟੇਟ ਹੋ ਜਾਣੀ ਹੈ ਤਾਂ ਉਹ ਜਿਹੜੇ ਉਹ ਮੈਂਟਲ ਸਟੇਟ ਇਸ ਦੇ ਵਿੱਚ ਆ ਕੇ ਉਹ ਬੰਦੇ ਨੇ ਕੀ ਬਣਨਾ, ਫਿਰ ਉਹ ਵੀ ਆਲ ਅੰਡਰਸਟੈਂਡ, ਸਭ ਨੂੰ ਇਸ ਗੱਲ ਦੀ ਸਮਝ ਹੈ, ਤੇ ਫਿਰ ਉਹਨੇ ਕੋਈ ਹੀਲਾ ਵਸੀਲਾ ਤਾਂ ਆਪਦਾ ਕਰਨਾ ਹੀ ਹੈ। ਸੋ ਹਾਂਜੀ ਪ੍ਰੋਫੈਸਰ ਸਾਹਿਬ, ਆ ਜਿਵੇਂ ਵਿਧਾਨ ਸਭਾ ਦੇ ਵਿੱਚ ਕੱਲ ਵਿਧਾਨ ਸਭਾ ਦਾ ਜਿਵੇਂ ਵਿਸ਼ੇਸ਼ ਅਜਲਾਸ 11 ਤਰੀਕ ਨੂੰ ਹੋਇਆ, ਉਹਦੇ ਵਿੱਚ ਜਿਸ ਤਰ੍ਹਾਂ ਦਾ ਹੰਗਾਮਾ ਹੋਇਆ, ਇੱਕ ਮੁੱਖ ਮੰਤਰੀ ਨੂੰ ਕਿਸੇ ਵਿਰੋਧੀ ਪਾਰਟੀ ਦੇ ਕਿਸੇ ਸੀਨੀਅਰ ਲੀਡਰ ਨੂੰ ਇਹ ਕਹਿ ਦੇਣਾ ਕਿ ਤੂੰ ਨਸ਼ਾ ਬਕਵਾਉਣਾ, ਫਲਾਣਾ ਕਰਨਾ, ਜੇ ਮੁੱਖ ਮੰਤਰੀ ਹੀ ਦੋਸ਼ ਲਾ ਰਿਹਾ ਤੇ ਉਹਨੂੰ ਮਤਲਬ ਜੇ ਉਹਦੇ ਕੋਲ ਕੋਈ ਪ੍ਰੂਫ ਹੈ ਮੁੱਖ ਮੰਤਰੀ ਕੋਲ, ਤਾਂ ਮੁੱਖ ਮੰਤਰੀ ਕਾਰਵਾਈ ਕਿਉਂ ਨਹੀਂ ਕਰਦਾ? ਮੁੱਖ ਮੰਤਰੀ ਵੀ ਇੱਕ ਆਮ ਪਿੰਡ ਦੇ ਪੰਚ ਵਾਲਾ, ਉੱਥੇ ਇੱਕ ਆਮ ਪਿੰਡ ਦਾ ਪੰਚ ਜਿਵੇਂ ਕਹਿ ਦਿੰਦਾ ਕਿ ਤੁਹਾਡੀ ਪਾਰਟੀ ਦਾ ਫਲਾਣਾ ਲੀਡਰ ਨਸ਼ਾ ਵੇਚਦਾ ਜੀ, ਉਸ ਤਰ੍ਹਾਂ ਦਾ ਇਲਜ਼ਾਮ ਲਾਇਆ ਗਿਆ, ਜਿੱਥੇ ਮੁੱਖ ਮੰਤਰੀ ਨੂੰ, ਸਪੀਕਰ ਨੂੰ, ਮੁੱਖ ਮੰਤਰੀ ਦੇ ਉਹ ਸ਼ਬਦ ਨੇ ਜਿਹੜੇ ਰਿਕਾਰਡ ਦੇ ਵਿੱਚੋਂ ਕੱਢਣੇ ਪਏ ਨੇ। ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਦੇ ਸ਼ਬਦ ਰਿਕਾਰਡ ਦੇ ਵਿੱਚੋਂ ਕੱਢੇ ਜਾਣ। ਤੇ ਇਸ ਤਰ੍ਹਾਂ ਮਤਲਬ ਜੇ ਮੁੱਖ ਮੰਤਰੀ ਤੇਰੇ ਕੋਲ ਕੁਝ ਹੈ, ਜਾਂ ਉਹਦੀ ਉਡੀਕ ਕੀਤੀ ਜਾ ਰਹੀ ਹੈ ਕਿ ਜੇ ਦਿਨ ਕੋਡ ਇਲੈਕਸ਼ਨਾਂ ਦਾ ਕੋਡ ਲੱਗਣ ਤੋਂ 2-4 ਦਿਨ ਪਹਿਲਾਂ ਇਸ ਤਰ੍ਹਾਂ ਦੇ ਆਗੂਆਂ ਨੂੰ ਫੜ ਲਿਆ ਜਾਵੇ, ਜਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਫੜ ਕੇ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਈ ਜਾਵੇ, ਇਸ ਤਰ੍ਹਾਂ ਦਾ ਕੁਝ ਹੋਣਾ ਹੈ। ਤੇ ਤੁਸੀਂ ਕੀ ਇਹਦੇ ਉੱਤੇ ਤੁਸੀਂ ਕੀ ਸੋਚਦੇ ਹੋ ਕਿ ਮੁੱਖ ਮੰਤਰੀ ਦਾ ਇਹ ਜਿਹੜਾ ਬਿਆਨ ਹੈ ਇਹ ਬਹੁਤ ਕੁਝ ਮਤਲਬ ਕੀ ਦੱਸਦਾ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਇਹੋ ਜਿਹੇ ਅਸੈਂਬਲੀ ਦੇ ਬਿਜ਼ਨਸ ਕੰਡਕਟ ਹੁੰਦੇ ਕਦੇ ਦੇਖੇ ਹੀ ਨਹੀਂ ਸੀ। ਇਸ ਹਿਸਾਬ ਨਾਲ ਅਸੈਂਬਲੀਆਂ ਚੱਲਦੀਆਂ ਨਾ ਤਾਂ ਕਦੇ ਸੁਣੀਆਂ ਸੀ, ਨਾ ਦੇਖੀਆਂ ਸੀ। ਤੇ ਕਿਸ ਤਰ੍ਹਾਂ ਉਸ ਅਸੈਂਬਲੀ ਦੀਆਂ ਪ੍ਰੋਸੀਡਿੰਗਸ ਨੂੰ ਕੈਰੀ ਆਊਟ ਕੀਤਾ ਜਾ ਰਿਹਾ ਸੀਗਾ, ਉਹ ਤਾਂ ਇੰਨੀ ਕੁ ਦੁਖਦਾਈ ਹੈ। ਜਿਹਨੇ ਉਹਨੂੰ ਦੇਖਿਆ ਔਰ ਸਮਝਿਆ, ਉਹ ਹਰ ਪੋਲੀਟੀਕਲ ਜਿਹੜਾ ਲੀਡਰ ਹੈ ਉਹਦੀ ਇਮੈਚਿਓਰਿਟੀ ਨੂੰ ਤੱਕੜੀ 'ਚ ਪਾ ਕੇ ਬੜੇ ਆਰਾਮ ਨਾਲ ਤੋਲਦਾ ਵੀ ਤੂੰ ਕਿੱਥੇ ਜੇ ਖੜਾ ਹੈ, ਤੇਰੀ ਸੋਚ ਕਿੱਥੇ ਖੜੀ ਹੈ, ਤੇਰਾ ਵਿਜ਼ਨ ਕੀ ਹੈ, ਤੇਰਾ ਆਉਣ ਵਾਲਾ ਸਾਡੇ ਵਾਸਤੇ ਭਵਿੱਖ ਕੀ ਹੋਊਗਾ। ਉੱਥੇ ਹੁਣ ਮੈਂ ਥੋੜਾ ਜਿਹਾ ਇਹ ਨਸ਼ੇ ਤੋਂ ਡਾਈਵਰਟ ਕਰਕੇ ਇਕਨੋਮਿਕਸ ਵਾਲੇ ਪਾਸੇ ਜਾਣਾ। ਦੇਖੋ, ਤੁਸੀਂ ਅਸੈਂਬਲੀ ਦੀ ਗੱਲ ਕੀਤੀ, ਉਹ ਅਸੈਂਬਲੀ ਦੇ ਵਿੱਚ ਕੀ ਹੋਇਆ, ਹੁਣ ਤੁਸੀਂ ਸਾਰੇ ਮੀਡੀਆ ਨੂੰ ਇਨਵੋਲਵ ਕਰੋ, ਪੋਲੀਟੀਕਲ ਲੀਡਰਾਂ ਦੀ ਗੱਲ ਕਰੋ ਜਾਂ ਹੋਰ ਕਰੋ, ਇੱਕ ਵੀ ਮੀਡੀਆ ਦੇ ਬੰਦੇ ਨੇ, ਇੱਕ ਵੀ ਪੋਲੀਟੀਕਲ ਬੰਦੇ ਨੇ ਜਿਹੜਾ ਉੱਥੇ ਫਿਸਕਲ ਡੈਫੀਸਿਟ ਦੀ ਬੋਰੋਇੰਗ ਨੂੰ 4% ਬੋਰੋਇੰਗ ਨੂੰ ਇਨਕਰੀਜ਼ ਕਰਨ ਦੀ ਗੱਲ ਪਾਸ ਹੋਇਆ ਬਿੱਲ, ਉਹ ਕਿਸੇ ਨੇ ਨਹੀਂ ਗੱਲ ਕੀਤੀ। ਅਸੀਂ ਆਲਰੇਡੀ ਇੰਨਾ ਇੰਟਰਸਟ ਬੋਰਿੰਗਸ ਤੇ ਪੇ ਕਰ ਰਹੇ ਹਾਂ। ਠੀਕ ਹੈ, ਪਹਿਲਾ ਲੀਡਰ ਬੜੇ ਸਦੀਆਂ ਬਾਅਦ ਮੈਂ ਇਹ ਗੱਲ ਇੱਕ ਲੀਡਰ ਦੇ ਪ੍ਰੈਸ ਕਾਨਫਰੰਸ 'ਚ ਸੁਣੀ ਵੀ ਅਸੀਂ ਰੈਵਨਿਊ ਕਿਵੇਂ ਇਨਕਰੀਜ਼ ਕਰਨਾ। ਅੱਜ ਤੱਕ ਕਿਸੇ ਨੇ ਰੈਵਨਿਊ ਇਨਕਰੀਜ਼ ਕਰਨ ਦੀ ਕੋਈ ਗੱਲ ਹੀ ਨਹੀਂ ਕੀਤੀ। ਇਹ ਤਾਂ ਕਰਜ਼ੇ ਲੈ ਕੇ, ਜਿਵੇਂ ਮੈਂ ਪਿਛਲੀ ਵਾਰੀ ਵੀ ਕਿਹਾ, ਉਹ ਪੰਜਾਬ ਦੇ ਲੋਕੋ, ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਜਿਹੜਾ ਕਰਜ਼ਾ ਹੈ ਇਹ ਸਰਕਾਰਾਂ ਉੱਪਰ ਨਹੀਂ ਹੈ,
ਇਹ ਤੁਹਾਡੇ ਉੱਪਰ ਉਹ ਕਰਜ਼ਾ ਹੈ ਜਿਹੜਾ ਵਿਆਜ ਭਰ ਰਹੇ ਹੋ, ਉਹ ਤੁਸੀਂ ਲੋਕ ਭਰ ਰਹੇ ਹੋ, ਸਰਕਾਰਾਂ ਵਿਆਜ ਨਹੀਂ ਭਰ ਰਹੀਆਂ। ਸਰਕਾਰਾਂ ਨੇ ਤਾਂ 1 ਮਿੰਟ ਵਾਸਤੇ ਵੀ ਇੰਨੇ ਮਹਿੰਗੇ SU ਵਹੀਕਲ ਲੈਣ ਵਾਸਤੇ, ਖੁਸ਼ ਕਰਨ ਵਾਸਤੇ ਪੋਲੀਟੀਕਲ ਲੀਡਰਾਂ ਨੂੰ 1 ਮਿੰਟ ਦੀ ਸੋਚ ਨਹੀਂ ਗਵਾਈ। ਜੇ 100 ਵਹੀਕਲ ਆ, ਉਹ 100 ਵਹੀਕਲ ਦੇ ਨਾਲ ਘੱਟੋ ਘੱਟ 2000 ਸਮਾਰਟ ਕਲਾਸਰੂਮ ਸਕੂਲਾਂ ਦੇ ਵਿੱਚ ਬਣਦਾ ਤੇ ਉਹਦਾ ਬੱਚਿਆਂ ਨੂੰ ਕਿੰਨਾ ਫਾਇਦਾ ਹੁੰਦਾ। ਇਹ ਗੋਆ ਦੇ ਵਿੱਚ ਅਨੋਵਾ ਕਾਰਾਂ ਲਈਆਂ ਗਈਆਂ ਸੀ, ਲੋਕਾਂ ਨੇ ਅੱਗੇ ਪੈ ਗਏ ਤੇ ਤੀਸਰੇ ਦਿਨ ਹੀ ਸਰਕਾਰਾਂ ਨੂੰ, ਉਹ ਕੰਪਨੀਆਂ ਨੂੰ ਗੱਡੀਆਂ ਵਾਪਸ ਕਰਨੀਆਂ ਪਈਆਂ ਸੀ। ਇਹ ਲੋਕਾਂ ਨੂੰ, ਬਲਕਿ ਹਾਂਜੀ, ਇਹ ਲੋਕਾਂ ਨੂੰ ਤੁਰੰਤ ਇਹਨਾਂ ਵਿਚਾਰਾਂ ਤੱਕ, ਜਿਨ੍ਹਾਂ ਤੱਕ ਇਸ ਸੋਚ ਤੱਕ, ਸ਼ਾਰਟ ਟਰਮ ਥਿੰਕਿੰਗ ਨੂੰ ਸੋਚ ਕੇ ਲੌਂਗ ਟਰਮ ਥਿੰਕਿੰਗ ਵੱਲ ਨੂੰ ਨਹੀਂ ਜਾਣਗੇ ਤਾਂ ਇਹ ਸਾਡੇ ਪੰਜਾਬ ਦਾ ਇੰਨਾ ਕੁ ਬੁਰਾ ਹਾਲ ਹੋ ਜਾਣਾ। ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਹੈ ਜਿਹੜਾ ਹਿੰਦੁਸਤਾਨ ਦੀ ਪਰ ਪਰਸਨ ਮਿਨੀਮਮ ਸਪੈਂਡਿੰਗ ਪੰਜਾਬ 'ਚ ਹੈ। ਇਹ ਨਵਜੋਤ ਸਿੱਧੂ ਜੀ ਨੇ ਪਰਸੋਂ ਹੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ। 800 ਰੁਪਇਆ ਪੰਜਾਬ 'ਚ, 6000 ਰੁਪਇਆ ਹਰਿਆਣੇ 'ਚ ਪਰ ਪਰਸਨ ਜਿਹੜਾ ਉਹ ਸਪੈਂਡ ਹੁੰਦਾ ਹੈ। ਮਤਲਬ ਕਿ ਤੁਸੀਂ ਦੋਹਾਂ ਸਟੇਟਾਂ ਦਾ ਡਿਫਰੈਂਸ। ਜੇ ਮੈਂ ਗਲਤ ਨਹੀਂ, ਹਰਿਆਣੇ ਦੇ ਵਿੱਚ 3800 ਰੁਪਇਆ ਹੈਗਾ। ਚਲੋ 3800 ਵੀ ਤੁਸੀਂ ਜੇ ਮੰਨਦੇ ਹੋ, ਉਹਨਾਂ ਨੇ 6000 ਰੁਪਇਆ ਕਿਹਾ ਸੀਗਾ। ਜੇ 3800 ਵੀ ਹੈ ਤੇ ਉਹ 5 ਗੁਣਾ ਜ਼ਿਆਦਾ, ਤਕਰੀਬਨ 5 ਗੁਣਾ ਜ਼ਿਆਦਾ ਹਰਿਆਣੇ 'ਚ ਉਹ ਜ਼ਿਆਦਾ ਹੈ। ਇੰਪਲੋਇਮੈਂਟ ਰੇਟ ਸਭ ਨਾਲੋਂ ਘੱਟ ਪੰਜਾਬ 'ਚ। ਮਤਲਬ ਕਿ ਹੁਣ ਦੇਸ਼ਾਂ 'ਚ ਬੱਚੇ, ਜਿਹੜੀ ਹੁਣ ਇੱਕ ਹੋਰ ਬੜੀ ਵੱਡੀ ਪ੍ਰੋਬਲਮ ਆਉਣੀ ਹੈ ਇੱਥੇ, ਸੋਸ਼ਲ ਫੈਬਰਿਕ ਬਿਲਕੁਲ ਟੁੱਟ ਜਾਣਾ। ਸੋਸ਼ਲ ਫੈਬਰਿਕ ਤੋਂ ਮੇਰਾ ਇੱਕ ਭਾਵ ਹੈ ਵੀ ਕੁਝ ਸਮੇਂ ਬਾਅਦ, ਅਜੇ ਸਾਨੂੰ ਇੰਨਾ ਮਹਿਸੂਸ ਨਹੀਂ ਹੋ ਰਿਹਾ, ਕੁਝ ਸਮੇਂ ਬਾਅਦ ਕੋਈ ਜਵਾਨ ਬੱਚਾ ਤੁਹਾਨੂੰ ਪੰਜਾਬ ਦੇ ਵਿੱਚ ਲੱਭਣਾ ਹੀ ਨਹੀਂ ਹੈ, ਕਿਉਂਕਿ ਸਾਰੇ ਵਿਦੇਸ਼ਾਂ 'ਚ ਚਲੇ ਗਏ, ਸਾਰੇ ਵਿਦੇਸ਼ਾਂ 'ਚ ਬੈਠੇ ਨੇ। ਔਰ ਨੈਗੇਟਿਵ ਰੈਮਿਟੈਂਸ ਤੋਂ ਮੇਰਾ ਭਾਵ ਇਹ ਆ ਵੀ ਕਮਾਈ ਕਰਨ ਤੋਂ ਬਾਅਦ ਵਿਦੇਸ਼ਾਂ 'ਚੋਂ ਕੋਈ ਪੈਸਾ ਇੱਧਰ ਨਹੀਂ ਆ ਰਿਹਾ। ਜਿੰਨਾ ਵੀ ਪੈਸਾ ਇੱਥੇ ਟੋਕਣਾ ਚਾਹੁੰਦਾ, ਤੁਸੀਂ ਬੜੀ ਵੱਡੀ ਗੱਲ ਇਹ ਕਹਿ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਜਵਾਨ ਨਹੀਂ ਰਹਿਣਾ। ਇਹ ਗੱਲ ਬੜੀ ਵੱਡੀ ਤੇ ਬੜੀ ਅਹਿਮ ਹੈ। ਇਸ ਗੱਲ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਤੁਹਾਡੀ ਗੱਲ ਨੂੰ, ਕਿ ਇਹ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਹੈ ਤੇ ਇਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ। ਲੋਕਾਂ ਨੂੰ ਇਹ ਚੀਜ਼ ਸਮਝਣੀ ਪਏਗੀ ਕਿ ਜਿਸ ਤਰ੍ਹਾਂ ਬਾਹਰ ਪ੍ਰਵਾਸ ਹੋ ਰਿਹਾ ਹੈ, ਸਾਡਾ ਇੱਥੋਂ ਕਿੱਲਾ ਵਿਕ ਕੇ ਜਿਹੜਾ ਪੈਸਾ ਸਾਡੇ ਪੰਜਾਬ ਦੇ ਵਿੱਚ ਲੱਗਣਾ ਸੀਗਾ, ਉਹ ਕਿੱਲਾ ਵਿਕ ਕੇ ਜਾ ਕੇ ਆਸਟ੍ਰੇਲੀਆ ਦੇ ਵਿੱਚ ਲੱਗ ਗਿਆ, ਉਹਨਾਂ ਦੀ ਇਕਨੋਮਿਕ ਦੇ ਵਿੱਚ ਲੱਗ ਗਿਆ। ਤਾਂ ਉਹ ਇੱਕ ਤਾਂ ਉਹਨਾਂ ਦੀ ਇਕਨੋਮਿਕ ਵਧੀ, ਦੂਜਾ ਉਹਨਾਂ ਨੂੰ ਉੱਥੇ ਇੱਕ ਕਾਮਾ ਮਿਲ ਗਿਆ। ਸਾਡਾ ਇੱਕ ਕਾਮਾ ਘਟ ਗਿਆ। ਇੱਕ ਸਾਡਾ ਕਿੱਲੇ ਦਾ ਜਿਹੜਾ ਮੰਨ ਲਓ ਕਿ 20-30 ਲੱਖ ਰੁਪਈਆ ਸੀਗਾ, ਜਿਹੜਾ ਪੰਜਾਬ ਦੇ ਵਿੱਚ ਲੱਗ ਕੇ ਪੰਜਾਬ ਦੀ ਇਕਨੋਮਿਕ ਦੇ ਸਹਾਰਾ ਬਣਦਾ, ਉਹ ਆਸਟ੍ਰੇਲੀਆ ਦੀ, ਕੈਨੇਡਾ ਦੀ, ਯੂਰਪ ਦੀ, ਜਿਹਦੀ ਮਰਜ਼ੀ ਇਕਨੋਮਿਕ ਦੇ ਵਿੱਚ ਚਲਾ ਗਿਆ। ਉਹਦਾ ਬੜਾ ਵੱਡਾ ਲੋਸ ਜਿਹੜਾ ਪੰਜਾਬ ਨੂੰ ਹੋਇਆ। ਕੋਈ ਉਹਦੇ ਉੱਤੇ ਪਾਲਿਸੀ ਨਹੀਂ ਬਣੀ, ਕੋਈ ਹਾਲੇ ਤੱਕ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਿਸੇ ਪੋਲੀਟੀਕਲ ਪਾਰਟੀ ਨੇ ਸੋਚਿਆ ਤੱਕ ਨਹੀਂ। ਤਾਂ ਤੁਹਾਡੇ ਤੋਂ ਹੁਣ ਮੈਂ ਪੰਜਾਬ ਦੀ ਆਰਥਿਕਤਾ ਜਿਹੜੀ ਹੁਣ ਏਡੀ ਡਾਵਾਂਡੋਲ ਸਥਿਤੀ ਦੇ ਵਿੱਚ ਚਲੀ ਗਈ ਕਿ ਪੰਜਾਬ ਦੇ ਕੋਲ ਸੈਲਰੀਆਂ ਦੇਣ ਲਈ ਵੀ ਕਰਜ਼ੇ ਚੱਕਣੇ ਪੈ ਰਹੇ ਨੇ ਪੰਜਾਬ ਨੂੰ, ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ। ਹਲੇ ਤੱਕ ਵੀ ਪੰਜਾਬ ਦੇ ਕਈ ਵਿਭਾਗਾਂ ਵਿੱਚ ਤਨਖਾਹ ਨਹੀਂ ਮਿਲੀ, ਜਿਹੜੀ ਅਕਤੂਬਰ ਦੀ ਤਨਖਾਹ ਨਵੰਬਰ ਦੀ 1 ਤਰੀਕ ਨੂੰ ਮਿਲ ਜਾਣੀ ਚਾਹੀਦੀ ਸੀ, ਉਹ ਪੰਜਾਬ ਦੇ ਕਈ ਵਿਭਾਗਾਂ ਵਿੱਚ ਹਲੇ ਤੱਕ ਨਹੀਂ ਰਿਲੀਜ਼ ਹੋਈ। ਤਾਂ ਉਹਦਾ ਇੱਕੋ ਇੱਕ ਕਾਰਨ ਹੈ ਕਿ ਸਾਡੇ ਪੰਜਾਬ ਦੇ ਗੱਲੇ ਦੇ ਵਿੱਚ ਪੈਸੇ ਨਹੀਂ ਗਏ। ਤਾਂ ਉਹ ਪੈਸੇ ਗੱਲੇ ਦੇ ਵਿੱਚ ਆਣਗੇ ਕਿੱਥੋਂ ਤੇ ਪੰਜਾਬ ਦੀ ਆਰਥਿਕਤਾ ਕਿਹੜੀ ਦਿਸ਼ਾ ਦੇ ਵਿੱਚ ਜਾ ਰਹੀ ਹੈ? ਮੈਂ ਤੁਹਾਡੀ ਨੁਕਤੇ ਨਿਗਾਹ ਦੇ ਨਾਲ ਇਹ ਗੱਲ ਨੂੰ ਸਮਝਣਾ ਚਾਹੁੰਦਾ ਜੀ। ਦੇਖੋ, ਪੰਜਾਬ ਦੀ ਆਮਦਨ ਦਾ ਇੱਕੋ ਹੀ ਇੱਕ ਸਾਧਨ ਜੇ ਪੋਸੀਬਲ ਹੈ ਤਾਂ ਉਹ ਲਿਕਰ ਟ੍ਰੇਡ ਹੈ। ਮਤਲਬ ਕਿ ਉਹਦੇ ਨਾਲ ਵੀ ਜੇ ਮੈਕਸਿਮਮ ਹੋ ਜੂ 30,000 ਕਰੋੜ ਹੋ ਜਾਊਗਾ। 30,000 ਕਰੋੜ ਨਾਲ ਕਿੰਨਾ ਕੁ ਫਰਕ ਪੈ ਜਾਣਾ, ਕਿਉਂਕਿ ਅਸੀਂ ਤਾਂ ਆਲਰੇਡੀ ਜਿਹੜੀ ਬੋਰੋਇੰਗ ਹੈ 47% ਦੇ ਕਰੀਬ ਕਰ ਰਹੇ ਹਾਂ। 47% ਲੈ ਕੇ ਅਸੀਂ ਸਟੇਟ, ਉਹਦੇ ਵਿੱਚੋਂ 85% ਹਿੱਸਾ ਜਿਹੜਾ 3 ਕੰਪੋਨੈਂਟਸ ਤੇ ਜਾਂਦਾ ਹੈ, ਸੈਲਰੀ, ਇੰਟਰਸਟ ਤੇ ਪੈਨਸ਼ਨਾਂ ਤੇ ਜੀ। 15% ਰਹਿ ਜਾਣਾ ਜੇ ਇਹ 7th ਪੇ ਕਮਿਸ਼ਨ ਉਹਦਾ ਲਾਗੂ
ਕਰਨਾ ਹੀ ਪੈਣਾ ਹੈ। ਉਹਦੇ ਨਾਲ ਇਹ ਕੰਪੋਨੈਂਟ 95% ਤੇ ਚਲਿਆ ਜਾਣਾ ਹੈ। 5% ਨਾਲ ਤੁਸੀਂ ਕੀ ਡਿਵੈਲਪ ਕਰ ਲਓਗੇ, ਕੀ ਤੁਸੀਂ ਡਿਵੈਲਪ ਨਹੀਂ ਕਰੋਗੇ, ਕਿਉਂਕਿ ਜਿਹੜੀ 5% ਨਾਲ ਉਹ ਜਿਹੜੀ ਸਟੇਟ ਦੀ ਤਰੱਕੀ ਵਾਸਤੇ ਪੋਸੀਬਲ ਨਹੀਂ। ਦੂਜੇ ਪਾਸੇ ਤੁਸੀਂ ਇੱਕ ਪਾਸੇ ਤਾਂ ਇਹ ਕਹਿ ਰਹੇ ਹੋ ਵੀ ਅਸੀਂ ਇੰਟਰਸਟ ਦਾ ਕੰਪੋਨੈਂਟ ਆਲਰੇਡੀ ਜ਼ਿਆਦਾ ਪੇ ਕਰ ਰਹੇ ਹਾਂ, ਉਹ ਬੋਰੋਇੰਗਸ ਜਿਹੜੀਆਂ ਤੁਸੀਂ ਵਧਾ ਰਹੇ ਹੋ ਉਹਦਾ ਇੰਟਰਸਟ ਰੇਟ ਹੋਰ ਵਧੂਗਾ। ਜਦੋਂ ਇੰਟਰਸਟ ਰੇਟ ਹੋਰ ਵਧੂਗਾ ਤੇ ਉਹ ਕਿੱਥੋਂ ਪੇ ਕਰਨਾ? ਮਤਲਬ ਕਿ ਇਸ ਗੱਲ ਨੂੰ ਕੋਈ ਇਵੈਲੂਏਟ ਕਰਨ ਦੀ, ਕੋਈ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ ਵੀ ਜਿਹੜਾ ਬੋਰੋਇੰਗ ਵਾਲਾ ਕੰਪੋਨੈਂਟ ਹੈ ਉਹਨੂੰ ਤਾਂ ਬਿਲਕੁਲ ਜ਼ੀਰੋ ਕੀਤਾ ਜਾਵੇ, ਸਿਰਫ ਔਰ ਸਿਰਫ ਆਮਦਨ ਵਧਾ ਕੇ ਉਹਨੂੰ ਜਿਹੜਾ ਪੁਰਾਣਾ ਕਰਜ਼ਾ ਉਹਨੂੰ ਸੈਟਲ ਕਰਕੇ ਮਤਲਬ ਕਿ ਉਹਨੂੰ ਖਤਮ ਕੀਤਾ ਜਾਵੇ। ਕਿਉਂਕਿ ਫਿਰ ਸਿਰਫ ਔਰ ਸਿਰਫ ਫੇਰ ਹੀ ਪੰਜਾਬ ਦੀ ਤਰੱਕੀ, ਫੇਰ ਹੀ ਪੰਜਾਬ ਦੀ ਗਰੋਥ ਬਾਰੇ ਗੱਲ ਕੀਤੀ ਜਾ ਸਕਦੀ ਹੈ। ਅਦਰਵਾਈਜ਼ ਉਹ ਕਿਤੋਂ ਨਹੀਂ, ਉਹ ਗਰੋਥ ਕੋਈ ਮਤਲਬ ਕਿ ਹਵਾ ਚੋਂ ਨਹੀਂ ਆਉਣੀ ਹੈ, ਉਹ ਕਰਨੀ ਪੈਣੀ ਹੈ। ਜੇ ਕਰਨੀ ਹੈ ਤਾਂ ਜਿਹੜੇ ਖਰਚਿਆਂ ਨੂੰ ਬਿਲਕੁਲ ਜ਼ੀਰੋ ਕਰਨਾ ਪਊਗਾ। ਮੈਂ ਕਦੇ ਕੋਈ ਵੀ, ਹੁਣ ਦੇਖੋ ਡਿਫਾਲਟਰਾਂ ਨੂੰ ਤਾਂ ਮਾਫ ਸਾਰਾ ਕੁਝ, ਜਿਨ੍ਹਾਂ ਨੇ ਭਰੇ ਹੋਏ ਨੇ ਉਹਨਾਂ ਦਾ ਕੀ ਕਸੂਰ ਹੈ ਜੀ? ਮੈਂ ਪਿਛਲੀ ਵਾਰੀ ਵੀ ਕਿਹਾ ਸੀ ਸਰਕਾਰਾਂ ਨੂੰ ਬਿਜਲੀ ਬਿੱਲ ਭਰਨ ਜੋਗਾ ਬਣਾਉਣਾ ਚਾਹੀਦਾ, ਬਿੱਲ ਮਾਫ ਨਹੀਂ ਕਰਨੇ ਚਾਹੀਦੇ। ਤੁਸੀਂ ਇੱਕ ਗੱਲ ਦੇਖੋ, ਸੈਕੰਡ ਹਾਈਐਸਟ ਇੰਪਲੋਇੰਗ ਏਜੰਸੀ ਹੈ ਪੰਜਾਬ ਦੀ, ਪੰਜਾਬ ਸਟੇਟ ਪੰਜਾਬ ਕਾਰਪੋਰੇਸ਼ਨ ਜਿਹੜੀ ਬਿਜਲੀ ਬੋਰਡ ਹੈ ਆਪਣਾ, ਆਪਾਂ ਕਹਿ ਦਿੰਦੇ ਆ ਉਹ ਸੈਕੰਡ ਹਾਈਐਸਟ ਹੈ। ਕੀ ਤੁਸੀਂ ਉਸ ਅਦਾਰੇ ਨੂੰ ਤਬਾਹ ਕਰਨਾ ਚਾਹੁੰਦੇ ਹੋ? ਕੀ ਤੁਸੀਂ ਉਸ ਅਦਾਰੇ ਨੂੰ ਬੰਦ ਕਰਨਾ ਚਾਹੁੰਦੇ ਹੋ? ਮਤਲਬ ਇੱਕ ਪਾਸੇ ਤਾਂ ਇਲੈਕਟ੍ਰਿਸਿਟੀ ਸਫੀਸ਼ੀਐਂਸੀ ਦੀ ਗੱਲ ਹੈ, ਦੂਜੇ ਪਾਸੇ ਤੁਸੀਂ 14 ਰੁਪਏ 65 ਪੈਸੇ ਤਾਂ ਬਾਹਰਲੀ ਸਟੇਟ ਚੋਂ ਤੰਗੀ ਵੇਲੇ ਹੁਣ ਖਰੀਦੀ ਹੈ, ਤੇ ਉਹਨੂੰ ਤੁਸੀਂ ਫੇਰ ਕਹਿ ਰਹੇ ਹੋ ਵੀ ਅਸੀਂ ਇਹਦੇ ਤੇ ਇੰਨਾ ਡਿਸਕਾਊਂਟ ਦੇ ਦੇਵਾਂਗੇ। ਉਹ ਮੈਨੂੰ ਦੇਖੋ, ਮੇਰੀ ਪੜ੍ਹਾਈ 'ਚ ਤਾਂ ਉਹ ਮੇਰੇ ਸਾਹਮਣੇ ਕਿਤੇ ਗੱਲ ਆਉਂਦੀ ਨਹੀਂ, ਮੇਰੀ ਸਮਝ ਤਾਂ ਕਿਤੇ ਉਹ ਗੱਲ ਆਉਂਦੀ ਨਹੀਂ ਵੀ ਇਹ ਉਹਦਾ ਕੋਈ ਹੱਲ ਬਣ ਸਕਦਾ। ਨਹੀਂ ਪ੍ਰੋਫੈਸਰ ਸਾਹਿਬ, ਜਿਹੜੀਆਂ ਇਹ ਐਲਾਨ ਕੀਤੇ ਨੇ ਚੰਨੀ ਸਾਹਿਬ ਨੇ ਪਿਛਲੇ ਦਿਨੀ ਕਿ 3 ਰੁਪਏ ਅਸੀਂ ਯੂਨਿਟ ਦੇਵਾਂਗੇ ਬਿਜਲੀ ਤੇ 200 ਤੱਕ ਜਿਹੜੇ ਮਤਲਬ ਕਿ ਕਿਲੋਵਾਟ ਤੱਕ ਦੇ ਖਪਤਕਾਰ ਨੇ ਉਹਨਾਂ ਨੂੰ ਬਿਜਲੀ ਜਿਹੜੀ ਮਾਫ ਹੈ ਉਹ ਚਲਦੀ ਰਹੇਗੀ, ਕਿਸਾਨਾਂ ਦੀ ਸਬਸਿਡੀ ਹੈ ਉਹ ਚਲਦੀ ਰਹੇਗੀ। ਕਿ ਇਹ ਜਿਹੜਾ ਮਤਲਬ ਕਿ ਸਾਰਾ ਕੁਝ ਹੈ 3 ਰੁਪਏ ਤੱਕ ਕਰਨਾ, ਉਹਨਾਂ ਨੇ ਜਿਹੜੇ ਸਮਝੌਤੇ ਰੱਦ ਕਰਨ ਦੀ ਗੱਲ ਕੀਤੀ ਸੀ, ਮੈਂ ਕਿਹਾ ਸੀਗਾ ਕਿ ਸਮਝੌਤੇ ਰੱਦ ਨਹੀਂ ਹੋਣਗੇ ਕਿਉਂਕਿ ਟ੍ਰਿਬਿਊਨਲ ਨੇ ਵੀ ਉਹਨਾਂ ਨੂੰ ਖਾਰਜ ਕਰਤਾ ਹੈ ਕਿ ਇਹ ਰੱਦ ਨਹੀਂ ਹੋਣੇ। ਹੁਣ ਕੋਰਟ ਦੇ ਵਿੱਚ ਜਾਣਗੇ, ਸਟੇ ਮਿਲੇਗੀ, ਨਾਲੇ ਤਾਂ ਉੱਥੇ ਅਸੀਂ ਹਰਜਾਨਾ ਭੁਗਤਾਂਗੇ, ਨਾਲੇ ਉਹਨਾਂ ਨੂੰ ਅਸੀਂ ਪੈਸਾ ਦੇਵਾਂਗੇ। ਇਹ ਪੈਸਾ ਆਏਗਾ ਕਿੱਥੋਂ? ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿ ਚੰਨੀ ਸਾਹਿਬ ਜਿਹੜੇ ਐਲਾਨ ਕਰ ਰਹੇ ਨੇ ਇਹ ਚਲੋ ਠੀਕ ਹੈ, ਇਲੈਕਸ਼ਨਾਂ ਤੱਕ ਕਰਜ਼ੇ ਲੈ ਲੂ ਕੇ ਚਲਾ ਦੇਣਗੇ, ਪਰ ਜਿਹੜੀ ਵੀ ਸਰਕਾਰ ਆਏਗੀ ਆਉਣ ਵਾਲੀ ਗਰਮੀ ਜਿਹੜੀ ਉਹ ਗਰਮੀ ਤੋਂ ਵੱਧ ਸਾਨੂੰ ਜਿਹੜੀ ਇਹ ਮਹਿੰਗਾਈ ਤੰਗ ਕਰੇਗੀ ਕਿ ਗਰਮੀ ਤੰਗ ਕਰੇਗੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਬੜੇ ਸੀਨੀਅਰ ਮੇਨ ਆਗੂ ਪੋਲੀਟੀਕਲ ਪਾਰਟੀਆਂ ਦੇ ਇਹ ਗੱਲ ਕਹਿ ਰਹੇ ਨੇ ਵੀ ਜੇ ਇਹੀ ਹਾਲਾਤ ਰਹੇ ਤੇ ਪੰਜਾਬ 'ਚ ਸਿਵਲ ਵਾਰ ਲੱਗ ਜਾਣਾ। ਜੇ ਇੱਕ ਪੋਲੀਟੀਕਲ ਪਾਰਟੀ ਦੇ ਲੀਡਰ ਇਹ ਗੱਲ ਮੰਨ ਰਹੇ ਨੇ ਵੀ ਜੇ ਇਹੀ ਹਾਲਾਤ ਰਹੇ ਤਾਂ ਸਿਵਲ ਵਾਰ ਲੱਗ ਜਾਣਾ, ਉਹ ਕਿਉਂ ਨਹੀਂ ਇਸ ਗੱਲ ਦਾ ਫਿਕਰ ਕਰਦੇ ਵੀ ਪੰਜਾਬ ਦੇ ਖਰਚੇ ਕਿਵੇਂ ਕੱਟੇ ਜਾਣ, ਕਿਵੇਂ ਇਹਨੂੰ ਬਚਾਇਆ ਜਾਵੇ। ਅਦਰਵਾਈਜ਼ ਵਿਦ ਐਗਜ਼ਿਸਟਿੰਗ ਜਿਹੜੀ ਆਪਾਂ ਗੱਲਾਂ ਕਰ ਰਹੇ ਹਾਂ, ਇੱਕ ਟੈਂਪਰੇਰੀ ਵੋਟਾਂ ਗ੍ਰੈਬ ਕਰਨ ਵਾਸਤੇ, ਵੋਟਾਂ ਲੈਣ ਵਾਸਤੇ, ਲੋਕਾਂ ਨੂੰ ਝੂਠੇ ਝਾਂਸੇ ਦੇਣ ਵਾਸਤੇ ਜਿਹੜੀਆਂ ਗੱਲਾਂ ਕਰ ਰਹੇ ਆ, ਇਹ ਉਹਨਾਂ ਨੂੰ ਮਤਲਬ ਕਿ ਸਿੱਧੇ ਸਾਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇੱਕ ਕੰਮ ਫੜਿਆ ਹੋਇਆ ਹੈ। ਜੇ ਇਸੇ ਤਰ੍ਹਾਂ ਇਹ ਕੋਈ ਵੀ ਪੋਲੀਟੀਕਲ ਪਾਰਟੀ ਹੈ, ਇਸੇ ਤਰ੍ਹਾਂ ਇਹ ਗਰੀਬ ਭੋਲੇ ਪਾਲੇ ਜਿਹੜੇ ਆਲਰੇਡੀ ਬਿਲਕੁਲ ਤਬਾਹ ਹੋ ਚੁੱਕੇ ਲੋਕ, ਕਿਉਂਕਿ ਮਰਦੇ ਨੂੰ ਤਾਂ ਕਹਿੰਦੇ ਵੀ ਬਲਕਿ ਇੱਕ ਮਾੜੇ ਜਾਂ ਛੋਟੇ ਜਿਹੇ ਸਹਾਰੇ ਦਾ ਵੀ ਹੁੰਦਾ ਹੈ, ਇਹ ਲੋਕ ਆਲਰੇਡੀ ਮਰ ਰਹੇ ਨੇ ਛੋਟੇ ਛੋਟੇ ਸਹਾਰਿਆਂ ਨਾਲ। ਇਹ ਪੋਲੀਟੀਕਲ ਲੀਡਰਾਂ ਨੂੰ ਇਹ ਲੱਗਦਾ ਹੈ ਵੀ ਇਹਨਾਂ ਨੂੰ ਖੁਸ਼ ਕਰ ਲਾਂਗੇ। ਜੇ ਇਹੀ ਢੰਗ ਰਿਹਾ, ਇਹੀ ਇਹਨਾਂ ਦਾ ਵਤੀਰਾ ਰਿਹਾ, ਤਾਂ ਮੈਨੂੰ ਬਿਲਕੁਲ ਕਲੀਅਰ ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਵੀ ਪੰਜਾਬ ਆਉਣ ਵਾਲੇ ਸਮੇਂ 'ਚ ਪੰਜਾਬ ਨਹੀਂ ਰਹੂਗਾ, ਇਹ ਪੰਜਾਬ ਖਤਮ ਹੋ ਜੂ। ਜਿਹੜਾ 1 ਨੰਬਰ ਤੇ ਪੰਜਾਬ ਸਟੇਟ ਦੀ ਆਰਥਿਕਤਾ ਸੀ ਉਹ ਅੱਜ 18ਵੇਂ ਨੰਬਰ ਤੇ ਹੈ, ਤੇ
ਕੁਝ ਹੀ ਸਮੇਂ ਦੇ ਵਿੱਚ ਇਹ ਬਿਲਕੁਲ ਆਖਰੀ ਨੰਬਰ ਤੇ ਪਹੁੰਚ ਜੂਗੀ, ਕਿਉਂਕਿ ਜੇ ਮਤਲਬ ਕਿ ਕੋਈ ਪਾਲਿਸੀ ਵਾਲੀ ਗੱਲ ਤਾਂ ਹੈ ਨਹੀਂ, ਕੋਈ ਡਿਵੈਲਪਮੈਂਟ ਵਾਲੀ ਗੱਲ ਤਾਂ ਕਰ ਨਹੀਂ ਰਿਹਾ, ਕੋਈ ਰੈਵਨਿਊ ਰੇਜ਼ਿੰਗ ਦੀ ਗੱਲ ਤਾਂ ਕਰ ਨਹੀਂ ਰਿਹਾ। ਐਵਰੀ ਟਾਈਮ ਦੇਖੋ, ਸਭ ਨਾਲੋਂ ਦੁਖਦਾਇਕ ਗੱਲ ਇਹ ਹੈ, ਕਿਸੇ ਵੀ ਮੀਡੀਆ ਨੇ, ਕਿਸੇ ਵੀ ਪੋਲੀਟੀਕਲ ਪਾਰਟੀ ਦੇ ਕਿਸੇ ਆਗੂ ਨੇ ਇਹ ਗੱਲ ਨਹੀਂ ਚੱਕੀ ਵੀ ਹਾਂਜੀ ਇਹ ਬੋਰਿੰਗ ਕਿਉਂ ਇਨਕਰੀਜ਼ ਕਰ ਰਹੇ। ਮਤਲਬ ਉਹ ਚੁੱਪ ਚਪੀਤੇ ਉਹ ਬਿੱਲ ਪਾਸ ਹੋ ਜਾਂਦਾ ਹੈ, ਤੇ ਉਹ ਬਿੱਲ ਪਾਸ ਹੋਣ ਤੋਂ ਬਾਅਦ ਮਤਲਬ ਕਿ ਕੋਈ ਵੀ ਕਿਸੇ ਨੂੰ ਉਸ ਗੱਲ ਦਾ ਕੰਸਰਨ ਹੀ ਨਹੀਂ ਹੈ। ਅਗਲਾ ਕਹਿੰਦਾ ਵੀ ਜੋ ਆਉਂਦਾ ਇਹਦੇ ਨਾਲ ਤੁਸੀਂ ਇੱਕ ਵਾਰੀ ਖੁਸ਼ ਹੋਣ ਤੇ ਤੁਰੋ। ਜੀ, ਤੁਸੀਂ ਪ੍ਰੋਫੈਸਰ ਸਾਹਿਬ ਪੰਜਾਬੀ ਤੱਕ ਚੈਨਲ ਨਾਲ ਜੁੜੇ ਤੇ ਆਪਣੀਆਂ ਕੀਮਤੀ ਗੱਲਾਂ ਸਾਨੂੰ ਦਸੀਆਂ ਤੇ ਸਾਡੇ ਦਰਸ਼ਕਾਂ ਨੂੰ ਦਸੀਆਂ। ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਹਨਾਂ ਗੱਲਾਂ ਨੂੰ ਬੜੀ ਬਰੀਕੀ ਨਾਲ ਸਮਝਣਗੇ ਤੇ ਸਾਡੇ ਪੋਲੀਟੀਕਲ ਲੀਡਰ ਵੀ ਸਾਡੇ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਨੂੰ ਸਮਝ ਕੇ ਪੰਜਾਬ ਦੇ ਲਈ ਕੁਝ ਚੰਗਾ ਕਰਨਗੇ। ਇਸੀ ਉਮੀਦ ਨਾਲ ਅਸੀਂ ਪ੍ਰੋਫੈਸਰ ਸਾਹਿਬ ਤੁਹਾਡੇ ਤੋਂ ਵੀ ਵਿਦਾ ਲੈਂਦੇ ਹਾਂ ਤੇ ਦਰਸ਼ਕਾਂ ਤੋਂ ਵੀ ਵਿਦਾ ਲੈਂਦੇ ਹਾਂ, ਤੇ ਜਲਦੀ ਹੀ ਤੁਹਾਡੇ ਨਾਲ ਦੁਬਾਰਾ ਹੋਰ ਕਿਸੇ ਮੁੱਦੇ ਤੇ ਗੱਲਬਾਤ ਕਰਾਂਗੇ। ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਧੰਨਵਾਦ ਤੁਹਾਡਾ।